ਸਮਝਦਾ ਜੀ ਮੈਂ ਅੱਜ ਪਹਿਲੀ ਮੀਟਿੰਗ ਸਾਡੀ ਮਾਨਸਾ ਜ਼ਿਲ੍ਹੇ ਵਿੱਚ ਸੀ। ਮੈਨੂੰ ਇੰਚਾਰਜ ਲਾਇਆ ਗਿਆ ਇਸ ਜ਼ਿਲ੍ਹੇ ਦਾ। ਸੋ तमाम ਸਾਡੇ ਕਾਂਗਰਸ ਦੇ ਲੀਡਰ ਸਾਹਿਬਾਨਾਂ ਦੇ ਨਾਲ ਡੀਸੀ ਐਸਐਸਪੀ ਸਾਹਿਬ ਤੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਜਿਹੜੇ ਆਉਣ ਵਾਲੇ ਸਮੇਂ 'ਚ ਅਸੀਂ ਕੰਮ ਕਰਨੇ ਆ ਉਹਨਾਂ ਦੇ ਮੁਤਲਕ ਅੱਜ ਕੱਲ੍ਹ ਗੱਲਬਾਤ ਹੋਈ। ਜਿਹੜੀਆਂ ਕੋਈ ਸਾਡੀਆਂ ਦਿੱਕਤਾਂ ਹੈਗੀਆਂ ਪਬਲਿਕ ਦੀਆਂ ਜਾਂ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਦਿੱਕਤਾਂ ਹੈ ਕਮੀਆਂ ਪੇਸ਼ੀਆਂ ਉਹਨਾਂ ਨੂੰ ਕਿੱਦਾਂ ਠੀਕ ਕੀਤਾ ਜਾਵੇ ਤਾਂ ਜੋ ਅਸੀਂ ਹਰ ਵਰਗ ਦੇ ਲੋਕਾਂ ਨੂੰ ਸੰਤੁਸ਼ਟ ਕਰ ਸਕੀਏ ਔਰ ਜਿਹੜੀਆਂ ਬਣਦੀਆਂ ਸਹੂਲਤਾਂ ਤੋਂ ਮਾਨਸਾ ਦੇ ਲੋਕ ਜਾਂ ਮਾਨਸਾ ਬਣ ਜਾਏ ਮਾਨਸਾ ਜ਼ਿਲ੍ਹਾ ਬਰਨਾਲਾ ਹੋਏ ਚਾਹੇ ਗੋਆ ਹੋਏ ਚਾਹੇ ਸਰਦੂਲਗੜ੍ਹ ਹੋਏ ਉਹ तमाम ਚੀਜ਼ਾਂ ਅਸੀਂ ਪੂਰੀਆਂ ਕਰ ਸਕੀਏ। ਅੱਜ ਇਸ ਕਰਕੇ ਮੈਂ ਇੱਥੇ ਆਇਆ ਜੋ ਪਹਿਲੀ ਮੀਟਿੰਗ ਹੋਈ ਹੈ ਨਾਲ ਦੀ ਨਾਲ ਇਹ ਵੀ ਫੈਸਲਾ ਲਿਆ ਕਿ ਹਰ 15 ਦਿਨਾਂ ਬਾਅਦ ਅਸੀਂ ਇਸੇ ਤਰ੍ਹਾਂ ਇੱਕ ਮੀਟਿੰਗ ਕਰਿਆ ਕਰਾਂਗੇ ਔਰ ਜਿਹੜੇ ਕੰਮ ਪਿਛਲੀ ਮੀਟਿੰਗ 'ਚ ਗਏ ਹੋਣਗੇ ਉਹਨਾਂ ਨੂੰ ਡਿਸਕਸ ਕਰਾਂਗੇ ਔਰ तमाम जनता की ਜਿਹੜੀ आवाज़ है वो थल्ले ਜਿਹੜਾ ਬੰਦਾ ਬੈਠਾ ਹੈ ਉਹਦੀ ਆਵਾਜ਼ ਸੁਣ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਕੰਮ ਕਰੂੰਗਾ। ਇਸ ਮੁਤਲਕ ਅੱਜ ਮੈਂ ਮਾਨਸਾ ਚੈਨਲ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਪੀਆਰਟੀਸੀ ਬੱਸ ਨਹੀਂ ਜਾਂਦੀ ਜਦੋਂ ਕਿ ਮਾਨਸਾ ਦੇ ਵਿੱਚ ਇੰਨੀਆਂ ਕੰਡਮ ਬੱਸਾਂ ਚੱਲ ਰਹੀਆਂ ਨੇ ਵਿਭਾਗ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸੋ ਮਾਨਸਾ ਦੇ ਪਿੰਡਾਂ 'ਚ ਕਿਸੇ ਪਿੰਡ 'ਚ ਪੀਆਰਟੀਸੀ ਬੱਸ ਨਾ ਜਾਂਦੀ ਹੋਵੇ ਸ਼ਾਇਦ ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਹਾਂ ਪਰ ਇਹ ਹੋ ਸਕਦਾ ਕਿ ਕਈ ਪਿੰਡਾਂ 'ਚ ਪੀਆਰਟੀਸੀ ਬੱਸ ਨਾ ਜਾਂਦੀ ਹੋਵੇ। ਇਹਦੇ ਔਰ ਤੁਸੀਂ ਕਿਹਾ ਕੰਡਮ ਬੱਸਾਂ ਨੇ ਇਹਦੇ ਪਿੱਛੇ ਜੀਜੇ ਸਾਲੇ ਦੀ ਰਾਜਨੀਤੀ ਸੀ ਜਾਣੀ ਕਿ ਸੁਖਬੀਰ ਬਾਦਲ ਤੇ ਮਜੀਠਾ ਜਿਨ੍ਹਾਂ ਨੇ ट्रांसपोर्ट माफिया पैदा किया ना केवल एक माफिया वो माफिए दे पैदाइशी ने ये 15 साल किसी प्रकार का कोई 15 साल पहला माफिया नहीं होंदा सी चाहे वो ड्रग माफिया चाहे वो रेत माफिया चाहे वो केबल माफिया चाहे वो ट्रांसपोर्ट माफिया हर एक नाल वो सीधे ते सीधे जुड़ते हैं लेकिन ट्रांसपोर्ट माफिया नाल तो सीधे जुड़ते हैं। 53 लाख रुपए का मुनाफा मेरे बन तो बाद ਅੱਜ ਪੀਆਰਟੀਸੀ ਤੇ ਰੋਡਵੇਜ਼ ਨੂੰ ਹੋ ਰਿਹਾ ਦਿੱਲੀ ਦਾ ਐਵਰੀ ਡੇ ਇਫ ਯੂ ਕੈਲਕੂਲੇਟ 53 ਲੱਖ ਇਨਟੂ 14.5 ਸਾਲ 10 ਸਾਲ ਉਹ ਤੇ 4.5 ਸਾਲ ਇਹ ਤੇ ਅਗਰ ਉਹ ਦਿਨ ਤੇ ਕੈਲਕੂਲੇਟ ਕਰੋਗੇ 365 ਦੇ ਹਿਸਾਬ ਨਾਲ ਤਾਂ 2700 ਕਰੋੜ ਰੁਪਇਆ ਪਰ ਇਹ ਬਾਦਲ ਜੀਜਾ ਸਾਲੇ ਦੇ ਕਰਕੇ ਜਿਹੜਾ ਲੁੱਟ ਹੋਈ ਹੈ ਟਰਾਂਸਪੋਰਟ ਦੀ ਇਸੇ ਕਰਕੇ ਬੱਸਾਂ ਟੁੱਟ ਗਈਆਂ ਇਸੇ ਕਰਕੇ ਬੱਸਾਂ ਨਵੀਆਂ ਨਹੀਂ ਪਾਈਆਂ ਗਈਆਂ ਇਸੇ ਕਰਕੇ ਇਹਦਾ ਪੈਸਾ ਤੇ ਰੈਵਨਿਊ ਉਹ ਲੋਕ ਖਾ ਗਏ ਜਿਹਦੀ ਮੈਂ ਇਨਕੁਆਇਰੀ ਕਰਾਉਣ ਜਾ ਰਿਹਾ ਹਾਂ ਔਰ ਤੁਹਾਨੂੰ ਖੁਸ਼ਖਬਰੀ ਦੱਸਦਾ ਕਿ ਜਦੋਂ ਬਣਿਆ 842 ਨਵੀਆਂ ਬੱਸਾਂ ਦਾ ਮੈਂ ਆਰਡਰ ਦੇ ਚੁੱਕਿਆ ਲੇਕਿਨ ਅੱਜ ਜੋ ਪੀਆਰਟੀਸੀ ਦੇ ਤੇ ਰੋਡਵੇਜ਼ ਦੇ ਹਾਲਾਤ ਨੇ ਉਹਦੇ ਪਿੱਛੇ ਜੀਜਾ ਸਾਲਾ ਦਾ ਅਹਿਮ ਰੋਲ ਹੈ। ਇਸ ਕਰਕੇ ਸਾਡੇ ਬੱਸਾਂ ਦੀ ਹਾਲਤ ਅੱਜ ਹੀ ਸਫਾਈ ਇੱਕ ਦਿਨ ਪਹਿਲਾਂ ਹੀ ਸਫਾਈ ਹੋਈ ਹੈ ਇਹ ਲੋੜ ਨਹੀਂ ਸੀ ਕਿ ਰੋਜ਼ਾਨਾ ਸਫਾਈ ਚਾਹੀਦੀ ਸੀ ਬੱਸ ਸਟੈਂਡ ਦੀ ਕੱਲ ਪੂਰਾ ਜਿਹੜਾ ਰਾਤ ਨੂੰ ਹੀ ਚੱਕਿਆ ਗਿਆ 100% ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਮੈਂ 15 ਦਿਨ ਪਹਿਲਾਂ ਮੁਹਿੰਮ ਸਟਾਰਟ ਕੀਤੀ ਸੀ 2 ਬੱਸ ਸਟੈਂਡਾਂ ਤੇ ਮੈਂ ਅਚਨਚੇਤ ਜਾ ਕੇ ਸਫਾਈ ਦਾ ਪ੍ਰੋਗਰਾਮ ਵਿੱਢਿਆ ਲੇਕਿਨ ਸਫਾਈ ਨਿਰੰਤਰ ਹੋਣੀ ਚਾਹੀਦੀ ਹੈ। ਮੈਂ ਪ੍ਰੈਸ ਵਾਲੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਐਸੀ ਕੋਤਾਹੀ ਹੁੰਦੀ ਹੈ ਤੁਸੀਂ ਜ਼ਿਆਦਾ ਨਿਗਾਹ ਰੱਖਿਓ ਜਿਹੜਾ ਵੀ ਆਫੀਸਰ ਨਿਰੰਤਰ ਸਫਾਈ ਨਹੀਂ ਕਰਾਏਗਾ ਉਹਦੀ ਛੁੱਟੀ ਜਲਦ ਕਰ ਦਿੱਤੀ ਜਾਏਗੀ। ਇੱਕ ਪ੍ਰਦਰਸ਼ਨ ਕੀਤਾ ਗਿਆ ਜੀ ਅੱਜ ਬੰਦ ਕਰਤੇ ਕਿ ਤੁਸੀਂ ਆਏ ਹੋ ਇਹਦਾ ਮਤਲਬ ਸਾਰੇ ਜਿਹੜੇ ਟਰਾਂਸਪੋਰਟ ਦੇ ਅਧਿਕਾਰੀ ਆ ਉਹਨਾਂ ਨੂੰ ਪਤਾ ਹੈ ਵੀ ਕਿਹੜੇ ਬੱਸਾਂ ਨਿਕਾਲਣੀ ਕਿਹੜੇ ਬਿਲਕੁਲ ਹੋ ਸਕਦਾ ਹੈ ਕੁਝ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਪਤਾ ਹੋਵੇ ਮੈਟਰ ਆਫ ਇਨਕੁਆਇਰੀ ਇਟਸ ਅ ਮੈਟਰ ਆਫ ਇਨਕੁਆਇਰੀ ਇਹਦੀ ਮੈਂ ਇਨਕੁਆਇਰੀ ਕਰ ਰਿਹਾ ਹਾਂ ਕਿ ਜਿਹੜੇ ਵਿਅਕਤੀ ਕਿਹੜੇ ਆਫੀਸਰ ਇਹਨਾਂ ਲੋਕਾਂ ਨਾਲ ਮਿਲੇ ਹੋਏ ਸਨ ਉਹਨਾਂ ਨੂੰ ਨੈਚੁਰਲੀ ਜਿੱਥੇ ਜਾਣਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਥੋੜਾ ਪ੍ਰਾਈਵੇਟ ਟਰਾਂਸਪੋਰਟਰ ਮੈਂ ਨਹੀਂ ਕਹਿੰਦਾ ਮੇਰੇ ਸਾਰੇ ਆਫੀਸਰ ਹੋ ਸਕਦਾ ਹੈ ਕੁਝ ਮੁਲਾਜ਼ਮ ਮਿਲੇ ਹੋਣ ਲੇਕਿਨ ਮੈਂ ਉਹਨਾਂ ਨੂੰ ਇੱਕ ਬਾਰ-ਬਾਰ ਇਹ ਕਹਾਂਗਾ ਕਿ ਬਿਲਕੁਲ ਹਟ ਜਾਓ ਜ਼ੀਰੋ ਟੋਲਰੈਂਸ ਰਹੇਗੀ ਕਾਨੂੰਨ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿਆਂਗਾ ਜਿਹੜਾ ਅਧਿਕਾਰੀ ਇਹ ਕਰੇਗਾ ਸਸਪੈਂਡ ਨਹੀਂ ਕਰਾਂਗਾ ਡਿਸਮਿਸ ਕਰਾਂਗਾ ਔਰ ਜਿੰਨਾ ਸਰਕਾਰ ਦਾ ਰੈਵਨਿਊ ਲਾਸ ਹੋਇਆ ਹੋਊਗਾ ਉਹ ਇਹ ਤੋਂ ਲਊਂਗਾ। ਸਰ ਰੈਵਨਿਊ ਵਧਿਆ ਦੇ ਲਈ ਤੁਸੀਂ ਵਧਾਈ ਦੇ ਪਾਤਰੋਂ ਪਰ ਲੋਕਾਂ 'ਚ ਚਰਚਾ ਹੈ ਵੀ ਅਵਤਾਰ ਹੈਂਡਲੀ ਦਾ ਵੱਡਾ ਟਰਾਂਸਪੋਰਟ ਦਾ ਕੰਮ ਹੈਗਾ ਜਾਂ ਹੋਰ ਵੀ ਕੋਈ ਕਾਂਗਰਸੀ ਆਗੂ ਹੈਗਾ ਤੁਹਾਡੀ ਕੋਈ ਇਹ ਗੱਲ ਉੱਠ ਨਹੀਂ ਹੈਗੀ ਕਿ ਤੁਸੀਂ ਸਿਰਫ ਆਪਣੇ ਸਿਆਸੀ ਵਿਰੋਧੀਆਂ ਦੇ ਬੱਸਾਂ ਨੂੰ ਹੀ ਬ੍ਰੇਕ ਲਵਾ ਰਹੇ ਹੋ। ਗਲਤ ਕਿਉਂ ਗੱਲ ਕਰ ਰਹੇ ਹੋ? ਅਗਰ ਡੇਟਾ ਨਹੀਂ ਹੋਵੇ ਤਾਂ ਸਵਾਲ ਨਹੀਂ ਪੁੱਛਣਾ ਚਾਹੀਦਾ।
150 ਤੋਂ ਜ਼ਿਆਦਾ ਕੰਪਨੀਆਂ ਦੀਆਂ ਬੱਸਾਂ ਬੰਦ ਨੇ। ਕਰਤਾਰ ਦੀਆਂ 4 ਬੱਸਾਂ ਇੰਪਾਊਂਡ ਕੀਤੀਆਂ ਗਈਆਂ। ਕਾਂਗਰਸੀਆਂ ਦੀਆਂ ਡਿੰਪਾ ਜੀ ਦੀਆਂ 3 ਬੱਸਾਂ ਇੰਪਾਊਂਡ ਕੀਤੀਆਂ ਗਈਆਂ। ਕਿੱਕੀ ਢਿੱਲੋਂ ਦੀਆਂ ਗ੍ਰੀਨ ਬੱਸ ਸਰਵਿਸ ਹੈ 4 ਬੱਸਾਂ ਇੰਪਾਊਂਡ ਕੀਤੀਆਂ ਗਈਆਂ। ਔਰ 150 ਐਸੀ ਕੰਪਨੀਆਂ ਜਿਨ੍ਹਾਂ ਦੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ। ਇਹ ਕੇਵਲ ਕਿਸੇ ਕੋਲੇ ਕੋਈ ਮੁੱਦਾ ਨਹੀਂ ਹੈ, ਇਹ ਅਕਾਲੀ ਦਲ ਕੋਲੇ ਕੋਈ ਮੁੱਦਾ ਨਹੀਂ ਹੈ, ਇਸ ਕਰਕੇ ਉਹ ਇਸ ਮੁੱਦੇ ਨੂੰ ਉਛਾਲ ਰਹੇ ਹੈ। ਮੈਂ ਰੈਂਡਮਲੀ ਜਿਸ ਵਿਅਕਤੀ ਦਾ ਟੈਕਸ ਟੁੱਟ ਗਿਆ ਉਹਦੀ ਬੱਸ ਬੰਦ ਕਰ ਰਹੇ ਹਾਂ, ਜਾਂ ਜਿਹੜੀ ਅਨਅਧਿਕਾਰਤ ਤੌਰ ਤੇ ਚੱਲ ਰਹੀ ਹੈ, ਜਾਂ 1 ਨੰਬਰ 'ਤੇ 4 ਬੱਸਾਂ ਚੱਲ ਰਹੀਆਂ ਉਹਨਾਂ ਦਾ ਕਰ ਰਹੇ ਹਾਂ। ਤੇ ਉਹ ਕਿਹਨਾਂ ਦਾ ਸੀ? ਉਹ ਇਹਨਾਂ ਲੋਕਾਂ ਦੀਆਂ ਜ਼ਿਆਦਾ ਬੱਸਾਂ ਦਾ ਨਜ਼ਰ ਆ ਰਿਹਾ, ਕਿਉਂਕਿ ਫਲੀਟ ਇਹਨਾਂ ਦੀਆਂ ਵੱਡੀਆਂ 400 ਬੱਸਿਸ ਉਹਨਾਂ ਦੀਆਂ ਜੀ। ਬੜੇ ਸਾਹਿਬ ਅੱਜ ਇੱਕ ਵਿਦਿਆਰਥੀਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਕਾਲਜ ਦੇ ਅੱਗੇ ਪੀਆਰਟੀਸੀ ਬੱਸ ਨਹੀਂ ਰੁਕਦੀ, ਜਿਸ ਕਾਰਨ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਅੱਜ ਵਿਦਿਆਰਥੀਆਂ ਨੇ ਪ੍ਰਦਰਸ਼ਨ ਵੀ ਕੀਤਾ, ਰੋਡ ਵੀ ਜਾਮ ਇਸ ਕੀਤਾ। ਬਾਰੇ ਦੱਸਿਆ ਨਹੀਂਗਾ, ਪਰ ਉਹ ਵਿਦਿਆਰਥੀਆਂ ਨਾਲ ਮੈਂ ਸਹਿਮਤ ਹਾਂ। ਅਗਰ ਬੱਸ ਨਹੀਂ ਰੁਕਦੀ ਤਾਂ ਕੱਲ ਤੋਂ ਰੁਕਣ ਲੱਗਾਂਗੇ। ਬੜਿੰਗ ਸਾਹਿਬ ਕਾਰਨ ਬਣਦਾ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਕਾਬਲ ਤਾਰੀਫ ਹੈ ਜਿਹੜੀਆਂ ਫੂਡ ਵਾਲੀਆਂ ਜਿਵੇਂ ਓਏ ਬਹੁਤ ਥੱਲੇ ਰੱਖ ਟਰਾਂਸਪੋਰਟ ਮਹਿਕਮੇ ਦੇ ਨਾਲ ਸਾਰੇ ਯਾਰ ਭੋਗ ਵਾਲੀਆਂ ਟਰਾਲੀਆਂ ਤੋਂ ਤਾਂ ਬੜਾ ਮਾੜਾ ਹਾਲ ਹੈ। ਬਿਲਕੁਲ ਮੈਂ ਤੁਹਾਡੇ ਨਾਲ ਜਾਇਜ਼ ਹੈ, ਬਟ ਹਜੇ ਤੱਕ ਮੈਂ ਇਹਦੇ ਬਾਰੇ ਗੌਰ ਨਹੀਂ ਫਰਮਾਈ ਸੀ, ਕਿਉਂਕਿ ਮੈਂ ਤਾਂ ਹਮੇਸ਼ਾ ਸੱਚੀ ਗੱਲ ਕਰਨ ਵਾਲਾ ਵਿਅਕਤੀ ਹਾਂ। ਪਰ ਅੱਜ ਤੁਸੀਂ ਮੇਰੇ ਧਿਆਨ 'ਚ ਲਿਆਂਦਾ 100%, ਕਿਉਂਕਿ ਉਹ ਐਕਸੀਡੈਂਟ ਦਾ ਕਾਰਨ ਬਣਦੀਆਂ ਭੋਂਗਾ ਦੀਆਂ ਟਰਾਲੀਆਂ। ਧੁੰਦ ਦੇ ਵਿੱਚ ਬੜਾ ਨੁਕਸਾਨ ਹੁੰਦਾ, ਇਹਨਾਂ ਤੇ ਰੋਕਥਾਮ ਜ਼ਰੂਰ ਕਰਾਂ। ਬੜਿੰਗ ਸਾਹਿਬ, ਸੀਐਮ ਨੂੰ ਹਟਾਉਣ ਦੇ ਵਿੱਚ ਇਕੱਲਾ ਬੇਅਦਬੀ ਤੇ ਨਸ਼ਿਆਂ ਦਾ ਮੁੱਦਾ ਸੀਗਾ, ਲੇਕਿਨ ਸੀਐਮ ਨੂੰ ਹਟਾਉਣ ਤੱਕ ਹੀ ਸੀ, ਉਸ ਤੋਂ ਬਾਅਦ ਮੁੜ ਕੇ ਕੀ ਕਾਰਵਾਈ ਉਹਦੇ ਤੇ ਹੋ ਰਹੀ ਹੈ? ਤੁਹਾਨੂੰ ਕੀ ਪਤਾ ਹੈ ਕਿ ਮੁੱਦਾ ਨਹੀਂ ਸੀਗਾ, ਹਰ ਚੀਜ਼ ਦਾ ਕੰਮ ਚੱਲ ਰਿਹਾ ਹੈ, ਹਰ ਚੀਜ਼ ਦੇ ਪਿੱਛੇ ਹਰ ਮੰਤਰੀ ਲੱਗਿਆ ਹੋਇਆ, ਔਰ ਚਾਹੇ ਉਹ ਬੇਅਦਬੀ ਦਾ ਮੁੱਦਾ ਸੀ, ਚਾਹੇ ਨਸ਼ੇ ਦਾ, ਉਹਦੇ ਤੇ ਵੀ ਪ੍ਰੋਸੀਡਿੰਗਸ ਜਿਹੜੀਆਂ ਕੋਰਟ ਦੇ ਅੰਦਰ ਮਸਲਾ ਹੈ। ਔਰ ਬਿਲਕੁਲ ਮੇਰਾ ਖਿਆਲ ਸਰਕਾਰ ਦੇ ਜਿਹੜੇ ਲੋਕ ਨੇ ਉਹ ਆਪਦਾ ਕੰਮ ਕਰ ਰਹੇ। ਇੱਕ ਇਹਨਾਂ ਨੂੰ ਰੂਸਾ ਆਲਮ ਵਾਲਾ ਮਾਮਲਾ ਬੰਦ ਕਰਕੇ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦਿੱਤਾ ਕਿ 2 ਦਿਨ ਤੋਂ ਰੂਸਾ ਆਲਮ ਦਾ ਮਾਮਲਾ ਹੀ ਜ਼ਿਆਦਾ ਹਾਂ, ਮੈਂ ਵੀ ਇਹ ਕਹਾਂਗਾ ਕਿ ਛੱਡ ਦਿਓ ਹੁਣ, ਵਿਚਾਰੇ ਆਂਟੀ ਲਾਗੀ ਜਿਹੜੇ ਦਿਨ ਲਾਉਣੇ ਸੀ, ਛੱਡ ਦਿਓ ਹੁਣ, ਨਾ ਬੀਬੀ ਜੀ ਨੂੰ ਰੋਜ਼ ਉਛਾਲਿਆ ਜਾਵੇ। ਬੜੇ ਸਾਹਿਬ, ਯੂਪੀ ਦਿੱਲੀ ਦੀਆਂ ਗੱਡੀਆਂ ਸੜਕਾਂ ਤੇ ਦੌੜਦੀਆਂ ਨੇ, ਪੰਜਾਬ ਦੇ ਕ੍ਰਾਈਮ ਹੋ ਜਾਂਦਾ ਪਤਾ ਨਹੀਂ ਚੱਲਦਾ, ਉਹਦੇ ਲਈ ਕੋਈ ਯੂਪੀ ਦਿੱਲੀ ਦੀਆਂ ਗੱਡੀਆਂ ਦਿੱਲੀ ਦੇ ਇੱਥੇ ਲਿਆ ਕੇ ਪੰਜਾਬ 'ਚ ਦੌੜਦੇ ਨੇ, ਜਿਹੜੇ ਮਾਲਕ ਹੋਰ ਨੇ ਇੱਥੇ ਉਦੋਂ ਹੀ ਚਲੀ ਜਾਂਦੇ ਨੇ, ਨਾਮ ਨਹੀਂ ਹੁੰਦੇ, ਉਹਦੇ ਲਈ ਕੋਈ ਪਾਲਿਸੀ ਤਿਆਰ ਕਰੇਗੀ ਸਰਕਾਰ ਦੀ ਮਾਲਕ ਗੱਡੀ ਦਾ? ਜਿਹੜੀਆਂ ਨੋਰਮਸ ਐਨਓਸੀ ਵਗੈਰਾ ਹੋਏਗੀ ਤਾਂ ਉਹ ਤਾਂ ਪਹਿਲਾਂ ਵੀ ਹੁੰਦੀਆਂ ਸੀ, ਹੁਣ ਵੀ ਹੋਣੀਆਂ, ਬਟ ਬਿਲਕੁਲ ਐਸੀ ਕੋਈ ਗੱਲ ਨਹੀਂ ਹੈ ਕਿ ਕ੍ਰਾਈਮ ਕਰਕੇ ਬੱਸ ਜਿਹੜੀ ਆ ਉਹ ਕਰਕੇ ਚਲੀ ਜਾਂਦੀ ਹੈ ਤੇ ਉਹਦੇ ਕੋਈ ਕਾਰਨ ਮੁਲਾਜ਼ਮਾਂ ਦੀ ਹੜਤਾਲ ਵਾਲਾ ਕੁਝ ਗੱਡੀਆਂ ਜਿਹੜੀਆਂ ਕਾਰਾਂ ਆ ਗਈਆਂ ਨੇ, ਰਜਿਸਟਰੀਆਂ ਨਾਲ ਐਨਓਸੀ ਦਾ ਹੈਗਾ ਕਿ ਅਸੀਂ ਇਹ ਚਾਹੁੰਦੇ ਕਿ ਉਹ ਆਪਦੀ ਐਨਓਸੀ ਲੈ ਕੇ ਆਉਣ ਤੇ ਅਸੀਂ ਉਹਨਾਂ ਦੇ ਨਾਮ ਕਰੀਏ। ਵੈਸੇ ਤਾਂ ਯੂਪੀ ਦਾ ਬੰਦਾ ਵੀ ਲਿਆ ਕੇ ਤਾਂ ਗੱਡੀ ਤਾਂ ਚਲਾ ਹੀ ਸਕਦਾ ਨਾ ਪੰਜਾਬ 'ਚ। ਨਹੀਂ, ਕੋਈ ਗੱਡੀ ਯੂਪੀ ਤੋਂ ਆ ਰਹੀ ਹੈ, ਕਦੇ ਕਰਨਾਟਕਾ ਤੋਂ ਆ ਰਹੀ ਹੈ, ਕੇਰਲਾ ਤੋਂ ਆ ਰਹੀ ਆਉਂਦੀ ਹੈ, ਜਾਂ ਟੂਰਿਸਟ ਲੈ ਕੇ ਆਉਂਦੇ ਹੈ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਬਟ ਹਾਂ, ਜਿਹੜੀਆਂ ਇੱਥੇ ਪੱਕੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਆਪਣੇ ਨਾਮ ਕਰਾਉਣੀਆਂ ਚਾਹੀਦੀਆਂ, ਉਹਨਾਂ ਨੂੰ ਐਨਓਸੀਜ਼ ਲੈਣੀ ਚਾਹੀਦੀ ਹੈ, ਔਰ ਜਿਹੜੇ ਇਸ ਤਰ੍ਹਾਂ ਨਹੀਂ ਕਰ ਰਹੇ ਉਹਨਾਂ ਤੇ ਕਾਰਵਾਈ ਹੋਣੀ ਸਰ, ਡੀਸੀ ਦਫ਼ਤਰ ਮੁਲਾਜ਼ਮ ਕਰਮਚਾਰੀ ਫਿਰ ਹੜਤਾਲ ਤੇ ਚਲੇ ਗਏ ਨੇ, ਲਗਾਤਾਰ ਕਾਫੀ ਲੰਬਾ ਸਮਾਂ ਹੋ ਗਿਆ, ਕਦ ਕੀ ਹੋ ਰਿਹਾ ਉਹਨਾਂ ਦੇ ਮੰਗਾਂ ਦੇ ਬਾਰੇ? ਹੋ ਗਿਆ ਦਫ਼ਤਰ ਬੰਦ ਪਿਆ? ਹਾਂਜੀ, ਮੈਨੂੰ ਲੱਗਦਾ ਕਿ ਮੈਂ ਉਹਨਾਂ ਕਰਮਚਾਰੀ ਭਰਾਵਾਂ ਨੂੰ ਵੀ ਕਹਾਂਗਾ, ਚੰਨੀ ਸਾਹਿਬ ਇੱਕ ਕਾਮਨ ਮੈਨ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ, ਤੁਹਾਡਾ ਉਹਨਾਂ ਨੂੰ ਦਰਦ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਪ੍ਰੈਸ਼ਰਾਈਜ਼ ਦੀ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ, ਸਟਾਫ ਨੂੰ ਮੁੜ ਦੁਬਾਰਾ ਆਪਦੇ ਕੰਮ ਤੇ ਆ ਜਾਣਾ ਚਾਹੀਦਾ। ਬੜਿੰਗ ਸਾਹਿਬ ਮਾਨਸਾ ਪੁਲਿਸ ਦਾ ਖੁੱਲੀ ਬੈਠਾ ਰਹਿਣਾ ਯਾਰ ਬਾਈ, ਬਾਬੇ ਨਾਲ ਗਨਮੈਨ ਸੀ, 11 ਸਾਲ ਰਣਜੀਤ ਕਤਲ ਕੇਸ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ, ਤੇ ਉਹਨੂੰ ਐਸਆਈਟੀ ਦਾ ਬੇਅਦਬੀ ਦਾ ਉਹਨੂੰ ਮੈਂਬਰ ਬਣਾਇਆ, ਜਿਹੜੀ ਬੇਅਦਬੀ ਵਾਲੀ ਐਸਆਈਟੀ ਹੈ ਉਸ ਦਾ ਕੀ ਨਾਮ? ਸ਼ਬਦ ਜਿਹਨੂੰ ਹੁਣ ਸਜ਼ਾ ਹੋਈ ਉਹ ਤਾਂ ਚਲਾ ਗਿਆ ਅੰਦਰ ਹੈ। ਚਲਾ ਤਾਂ ਗਿਆ ਜੀ, ਪਰ ਬੇਅਦਬੀ ਕਾਂਡ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਉਹ ਮੈਂਬਰ ਸੀ। ਜਾਂਚ ਦੇ ਵਿੱਚ ਬੰਦਾ ਰਿਹਾ ਜਾਂਦਾ। ਪੱਕਾ ਪਤਾ ਹੈ ਤੁਹਾਨੂੰ? ਪੱਕਾ ਪਤਾ ਹੈ ਕਿ ਐਵੇਂ ਹੀ ਕਹਿ ਰਹੇ ਹੋ? ਨਹੀਂ, ਪਰ ਮੈਂ ਔਨ ਰਿਕਾਰਡ ਜੀ, ਮੈਂ ਸੁਣਿਆ ਨਹੀਂ। 92 ਦੇ ਵਿੱਚ ਭਰਤੀ ਹੋਇਆ ਜੀ, 97 ਦੇ ਵਿੱਚ ਇੱਥੇ ਆਇਆ, ਤੇ 97 ਚੋਂ ਗਨਮੈਨ ਵਾ ਗਿਆ। ਤੇ ਸਿੰਘ ਦਾ ਮੈਂਬਰ ਕਿਵੇਂ ਬਣਿਆ ਉਹ ਖੱਟੜਾ ਜੀ ਨੂੰ ਪੁੱਛੋ ਜੀ, ਔਨ ਰਿਕਾਰਡ ਲੈਟਰ ਲੱਗਿਆ ਹੋਇਆ। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਜਿਸ ਚੀਜ਼ ਦੀ ਮੈਨੂੰ ਜਾਣਕਾਰੀ ਨਾ ਹੋਵੇ ਉਹਦੇ ਤੇ ਟਿੱਪਣੀ ਕਰਨਾ ਮੈਂ ਮੁਨਾਸਿਬ ਨਹੀਂ ਸਮਝਦਾ। ਅਗਰ ਉਹਨੂੰ ਕਿਸੇ ਨੇ ਐਸੇ ਵਿਅਕਤੀ ਨੂੰ ਬਣਾਇਆ ਗਿਆ ਤਾਂ ਬੇਹੱਦ ਮਾੜੀ ਗੱਲ। ਬੜਿੰਗ ਸਾਹਿਬ, ਇੱਕ ਇਮਾਨਦਾਰ ਕਨੈਕਟਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਕਿ ਬਹੁਤ ਟਾਈਮ ਪਹਿਲਾਂ ਸ਼ੁਰੂ ਕਰ ਦਿੱਤਾ ਹੈ ਜੀ। ਅੱਛਾ, ਹੁਣ ਅਸੀਂ ਸ਼ੁਰੂ ਕਰਤਾ ਹੈ ਕਿ ਕੱਲ ਜਿਹੜੀ ਮੈਂ ਰਿਪੋਰਟ ਕਾਰਡ ਪੇਸ਼ ਕੀਤਾ ਹੈ ਉਹਦੇ ਵਿੱਚ ਮੈਂ ਦੱਸਿਆ ਕਿ ਇਮਾਨਦਾਰ ਕਨੈਕਟਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ 15 ਦਿਨਾਂ ਬਾਅਦ ਸਨਮਾਨਿਤ, ਨਾਟ ਓਨਲੀ ਇਮਾਨਦਾਰ ਕਨੈਕਟਰ, ਜਿਵੇਂ ਡਰਾਈਵਰ ਜਿਨ੍ਹਾਂ ਵਧੀਆ ਬੱਸੇ ਚਲਾਉਂਦੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ। ਇੱਕ ਜੀਐਮ ਨੂੰ 500 ਮੀਟਰ ਦੇ ਘੇਰੇ 'ਚ ਚੈਕਿੰਗ ਦੇ ਦਿੱਤੇ ਗਏ ਹੈ ਕਿ ਇਹਨਾਂ ਦੇ ਪਿੱਛੇ ਯਾਰ ਮੇਰਾ ਆਰਟੀਐਸ ਸਾਰਾ ਘੇਰਾ ਨਹੀਂ, ਪਹਿਲਾਂ ਜੀਐਮ ਕਿਤੇ ਚੈਕਿੰਗ ਨਹੀਂ ਕਰ ਸਕਦਾ ਸੀ। ਤੁਸੀਂ ਉਲਟਾ ਮੈਨੂੰ ਸ਼ਾਬਾਸ਼ ਦਿਓ ਸਾਡੇ ਮਹਿਕਮੇ ਨੂੰ। ਜੀਐਮ ਕੱਲਾ ਅੱਡਾ ਵੇਖਣ ਵਾਸਤੇ ਹੁੰਦਾ ਸੀ, ਅਸੀਂ ਹੁਣ ਅਧਿਕਾਰ ਦਿੱਤਾ ਹੈ ਜੀਐਮ ਨੂੰ
ਕਿ ਉਹ 500 ਮੀਟਰ ਦੇ ਦਾਇਰੇ 'ਚ ਜਾ ਕੇ ਚਲਾਨ ਵੀ ਕੱਟ ਸਕਦਾ ਹੈ। ਇਹ ਆਰਟੀਏ ਕੋਲੇ ਅਧਿਕਾਰ ਹੈ ਜਾਂ ਐਸਡੀਐਮ ਕੋਲੇ ਅਧਿਕਾਰ ਸੀ, ਡੀਟੀਓਸ ਕੋਲੇ। ਸੋ ਜਿੱਥੇ ਵੀ ਕਈ ਵਾਰੀ ਕੋਈ ਹੇਰਾ ਫੇਰੀ ਅੱਡੇ ਦੇ ਨੇੜੇ ਹੁੰਦੀ ਹੈ ਤਾਂ ਜੀਐਮ ਵੀ ਉਹਨਾਂ ਨੂੰ ਇੰਪਾਊਂਡ ਕਰ ਸਕਦਾ ਹੈ। ਆਮਦਨ ਵਧੀ ਹੈ ਜੀ ਹੁਣ ਜਦੋਂ 53 ਲੱਖ ਰੁਪਇਆ। ਬੜੇ ਸਾਹਿਬ ਹੁਣ ਆਮਦਨ ਵਧੀਆ, ਪਹਿਲਾਂ ਆਮਦਨ ਵਧ ਰਹੀ, ਕਿਹਨੂੰ ਜਿਹੜਾ ਜ਼ਿੰਮੇਵਾਰ ਠਹਿਰੇ ਹੋਣਾ ਤੁਸੀਂ ਇਹਨਾਂ ਹੁਣ ਆਮਦਨ ਜਿਹੜੀ ਵਧੀਆ ਜੀ? ਜਿਹੜੇ ਲੋਕ ਪਹਿਲਾਂ ਕੰਮ ਕਰਦੇ ਸੀ ਉਹ ਤਮਾਮ ਲੋਕ ਜ਼ਿੰਮੇਦਾਰ ਹੈ। ਕਿਉਂ ਨਹੀਂ ਆਮਦਨ ਪਹਿਲਾਂ ਵਧੀ? ਸਰ ਉਹਦੇ ਚ ਅਰੁਣਾ ਚੌਧਰੀ ਵੀ ਸ਼ਾਮਲ ਨੇ। ਅਰੁਣਾ ਚੌਧਰੀ ਨੇ ਕਾਫੀ ਕੰਮ ਕੀਤਾ ਟਰਾਂਸਪੋਰਟ ਮਹਿਕਮੇ ਦੇ ਵਿੱਚ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਚਾਹਾਂਗਾ, ਹਰ ਬੰਦੇ ਦਾ ਸਟਾਈਲ ਆਫ ਵਰਕਿੰਗ ਡਿਫਰੈਂਟ ਹੁੰਦਾ ਹੈ। ਸਰ ਇੱਕ ਬਠਿੰਡਾ ਦੀ ਮੈਂ ਗੱਲ ਕਰਨੀ ਚਾਹੁੰਦਾ, ਸਿਟੀ ਬੱਸਾਂ ਚੱਲੀਆਂ ਸੀ ਬਠਿੰਡਾ ਤੇ ਵੱਡੀਆਂ, ਉਹ ਸਿਰਫ 2 ਸਾਲ ਔਨ ਰੋਡ ਰਹੀਆਂ ਤੇ ਇਸ ਟਾਈਮ ਕਵਾੜ ਸਿਟੀ ਬੱਸਿਸ ਸਾਡੇ ਅੰਡਰ ਨਹੀਂ ਹੈ, ਉਹ ਬਠਿੰਡਾ ਕਾਰਪੋਰੇਸ਼ਨ ਦੀਆਂ ਬੱਸਿਸ ਹੈ, ਨਾਟ ਸਾਡੀਆਂ। ਕੋਈ ਟਰਾਂਸਪੋਰਟ ਦੀ ਬੱਸ ਨਹੀਂ ਹੈ। ਸੋ ਬਠਿੰਡਾ ਡਿਪੂ ਦੇ ਅੰਦਰ ਲੱਗੀਆਂ। ਨਹੀਂ, ਉਹ ਬਠਿੰਡਾ ਡਿਪੂ ਦੇ ਅੰਦਰ ਲੱਗ ਗਈਆਂ ਕਿਉਂਕਿ ਉੱਥੇ ਜਗ੍ਹਾ ਦੇਖ ਕੇ ਲੱਗ ਗਈਆਂ ਹੋਣੀਆਂ। ਅਦਰਵਾਈਜ਼ ਜਿੰਨੀਆਂ ਵੀ ਸਿਟੀ ਬੱਸਿਸ ਹੈ ਉਹ ਨਹੀਂ, ਉਹ ਮੇਰਾ ਫਿਰ मैं ਤੁਹਾਨੂੰ ਕਹਿ ਰਿਹਾ है कि वो साढ़े अधिकार क्षेत्र च नहीं है। मलिक साहब, जो बसें आप पकड़ी हैं उसमें जिन्होंने टैक्स नहीं भरा उसको क्या आप उन अफसरों पर कार्रवाई करेंगे जैसे वेरका साहब कर रहे हैं? नहीं, जो टैक्स किसी के ऊपर कार्रवाई बनती है, कार्रवाई तो मैं बसेस के ऊपर कर रहा हूँ। सर, जो अफसरों को मालूम था उन्होंने बिना परमिट के बसें चलने दी, टैक्स नहीं लिया, फिर भी बसें चलने दी, क्या वो रिस्पॉन्सिबल नहीं है? मैंने कहा कि नहीं, टैक्स के लिए तो वो रिस्पॉन्सिबल नहीं है क्योंकि बार बार उनको चिट्ठी लिखी जाती थी, वो कहीं ना कहीं बहाना मार के, कोरोना का बहाना, कहीं और बहाना। लेकिन हाँ, जो बिना परमिट्स के बसें चल रही हैं वो अधिकारियों की जिम्मेदारी बनती है। लेकिन मैंने पहले भी कहा है कि बहुत सा इट्स अ मैटर ऑफ इंक्वायरी, हम जांच पड़ताल करवाएंगे और उसमें जो भी शख्स पाया गया उसके ऊपर बनती कार्रवाई होगी। सर, आरटीओ कुछ दिनों वास्ते मानसा भी लगाओगे, हम जरा आरटीओ का काम है बठिंडे जाना पैंदा। जिनके पास परमिट नहीं है वो चल रही है, जो तो स्पष्ट है अब चल आपने पकड़ी है। हाँ, तो पकड़ बिना परमिट के पकड़ी है, लेकिन अफसरों को कह रहे हैं आप जो बिना परमिट, सुनिए उसमें क्या है कि जब परमिट, एक तो होता है कि परमिट खत्म होए, कोई तो परमिट है ही नहीं, जो है नहीं है उसके ऊपर कार्रवाई मुकम्मल तौर पे बनती। एक होता है कि परमिट एक्सपायर हो गया, उसने फीस नहीं भरी है, तो उसके ऊपर मेरे को लगता है किसी ऑफिसर के ऊपर कार्रवाई नहीं बनती। सर, आपने- और कई अनधिकारित लोग कई चीज को पता भी नहीं चलने देते। अब ऐसे कहो आप कि वहां पर ड्रग्स पकड़ा गया, उस थाने के नजदीक पकड़ा गया, तो उस एसएचओ के ऊपर हो सकता उसी दिन ही वो व्यक्ति नया बंदा वहां ड्रग्स देकर आया हो। सर, आपने ही पकड़ियां, 4 बसें पकड़ी हैं और आपको बोला कि एक परमिट पर 4 बसें आपने ही पकड़ी हैं। तो यार उसको तो ये तो है ना कि सुनिए ना, मिली भुगत है। तो वो नहीं, मिली भुगत नहीं कह सकते उसको, मिली भुगत नहीं कह सकते। कई बार ऑफिसर को जरूरी नहीं है कि उसको पता हो। 4 एक नंबर पे चल रही हो, कोई चोरी भी कर रहा होता है, आपके घर के अंदर ही कोई व्यक्ति चोरी कर रहा होता है, इसका मतलब ये नहीं है कि आपकी मिली भुगत से चोरी हो रही है। कई बार मिली भुगत से भी होती है और कई बार मिली भुगत के बिना भी बंदा चोरी करता है। जब पकड़ी गई तो पकड़ लिया, लेकिन जो मिली भुगत के साथ करते थे उनके ऊपर कार्रवाई हो। सर आरटीए दोगे मानसा ਨੂੰ ਹੁਣ ਜਿਹੜਾ भाई आरटीए दिया हुआ है, कोशिश कर रहे हैं कि ਅਸੀਂ डीटीओ ਦੁਬਾਰੇ ਲਾ ਦਈਏ। ਹਰਵੀਰ ਸਾਹਿਬ ਵਾਲੀ ਮਾਨਸਾ ਦੇ ਲੋਕਾਂ ਨੂੰ